ब्रेक तो बाद एक बार फिर तो तुहाडा स्वागत है। प्राइम टाइम दे विच अज असीं चर्चा करने की कोशिश कर रहे हैं कि कांग्रेस के अंदर जिहड़ी अंदरूनी कलेश की पूरी खबर निकल के सामने आ रही हैं कि वाकई 3 मैंबरी कमेटी इस दे उत्ते गलबात हो रही है। साडे सहयोगी पंकज कपाही साडे नाल लगातार बने हुए हैं। इस दे नाल ही कांग्रेस तो रमन बाला सुब्रमण्यम जी ते नाल ही साडे नाल सीनियर पत्रकार कुलबीर सेखो जी भी जुड़ चुके हैं। सेखो साहब, इस सैगमेंट की शुरुआत तुहाडे तो ही किवें देखदे हो कि कांग्रेस दे अंदर जो इस समय चल रहा है, खास तौर पर पंजाब कांग्रेस दे विच ते 3 मैंबरी कमेटी के पूरे मुद्दे नूं सुलझाउण लई है या एक चेहरे दे उत्ते सहमति बनाउण दे लई है, या इसनूं इस तरीके नाल देखिया जावे कि ਇਹ ਵਰਕਰਾਂ ਤੱਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਹੈ? ਕਿਉਂਕਿ ਕਾਂਗਰਸ ਨੂੰ ਲੈ ਕੇ ਇਹ ਵੀ ਗੱਲ ਹੁੰਦੀ ਹੈ ਕਿ ਇੱਥੇ ਕੋਈ ਵੱਡਾ ਐਕਸ਼ਨ ਨਹੀਂ ਹੁੰਦਾ। ਬਹੁਤ ਵੱਡੀਆਂ ਸਟੇਟਮੈਂਟਸ ਦੇ ਦਿੱਤੀਆਂ ਗਈਆਂ, ਆਪਸੀ ਖਿੱਚੋਤਾਣ ਨਜ਼ਰ ਆ ਰਹੀ ਹੈ, ਪਰ ਪਿਛਲਾ 20-25 ਸਾਲ ਦਾ ਇਤਿਹਾਸ ਬੜੇ ਸੀਨੀਅਰ ਜਰਨਲਿਸਟ ਸਾਹਿਬ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਨੇ ਕਿ ਕੋਈ ਬਹੁਤ ਵੱਡਾ ਐਕਸ਼ਨ ਹੋ ਜਾਏਗਾ ਇਸ ਤਰੀਕੇ ਨਾਲ ਨਹੀਂ, ਤਾਂ ਕਿ ਇਹ ਸਮਝਿਆ ਜਾਵੇ ਕਿ ਵਰਕਰਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਦੇਖੋ ਅਸੀਂ ਕਰ ਰਹੇ ਹਾਂ ਤੇ ਇਹਨਾਂ ਨੂੰ ਸਮਾਂ ਅੱਗੇ ਲੰਘ ਜਾਏਗਾ ਤੇ ਮਾਮਲਾ ਸ਼ਾਂਤ ਹੋ ਜਾਏਗਾ। ਇਸ ਤਰੀਕੇ ਸਮਝਿਆ ਜਾਵੇ ਕਿ ਇਹ ਸਾਰੀ ਕਾਰਵਾਈ। ਹਾਂਜੀ, ਇਹ ਪਹਿਲਾਂ ਇਹਦੇ ਆਪਾਂ ਬੈਕਗਰਾਉਂਡ ਸਮਝਾਂਗੇ। ਕਾਂਗਰਸ ਪਾਰਟੀ ਦੇ ਵਿੱਚ ਜਦੋਂ ਵੀ ਸਰਕਾਰ ਆਈ ਹੈ, ਇਹ ਜਿਹੜਾ ਕਾਠੋ ਕਲੇਸ਼ ਹੈ ਬਹੁਤ ਪੁਰਾਣਾ ਰਿਵਾਜ ਹੈ, ਇਹ ਹਮੇਸ਼ਾ ਤੋਂ ਹੀ ਚੱਲਦਾ ਆਇਆ ਹੈ। ਸ਼ੁਰੂ 'ਚ ਜਦੋਂ ਦਰਬਾਰਾ ਸਿੰਘ ਦੀ ਸਰਕਾਰ ਬਣੀ ਸੀ ਉਦੋਂ ਗਿਆਨੀ ਜੈਲ ਸਿੰਘ ਦੀ ਸਰਕਾਰ ਬਣੀ ਸੀ ਉਦੋਂ ਦਰਬਾਰਾ ਸਿੰਘ ਨਾਲ ਚੱਲਦਾ ਰਿਹਾ। ਉਸ ਤੋਂ ਬਾਅਦ ਜੋ ਦੁਬਾਰਾ ਸਰਕਾਰ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਆਈ ਉਦੋਂ ਹਰਚਰਨ ਬਰਾੜ ਦੇ ਗਰੁੱਪ ਨੇ ਵੱਲੋਂ ਚੱਲਦਾ ਰਿਹਾ। ਉਦੋਂ ਜਦੋਂ ਹਰਚਰਨ ਸਿੰਘ ਬਰਾੜ ਦੀ ਸਰਕਾਰ ਆਈ ਉਦੋਂ ਮੈਡਮ ਰਜਿੰਦਰ ਕੌਰ ਭੱਠਲ ਦੇ ਗਰੁੱਪ ਦਾ ਚੱਲਦਾ ਰਿਹਾ। ਇਹ ਪਿਛਲੀ ਜਦੋਂ ਕੈਪਟਨ ਸਰਕਾਰ ਸੀ ਉਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਚੱਲਦਾ ਰਿਹਾ। ਇਹ ਬੜਾ ਪੁਰਾਣਾ ਕਲਚਰ ਹੈਗਾ ਕਾਂਗਰਸ ਦਾ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਤੇ ਹਾਂ, ਇਹਦੇ ਚ ਕੇਂਦਰੀ ਜਿਹੜੀ ਪਾਰਟੀ ਦੀ ਜਿਹੜੀ ਕੇਂਦਰੀ ਗਰੁੱਪ ਹੈ, ਆਪਾਂ ਕਹਾਂਗੇ ਸੈਂਟਰ ਹੈ, ਸੈਂਟਰ ਦੇ ਵਿੱਚ ਬੈਠੇ ਹੈਗੇ ਹਾਈ ਕਮਾਂਡ ਹੈ, ਤਾਂ ਉਹਦਾ ਬਹੁਤ ਦਬਦਬਾ ਹੈ ਇਸ ਪਾਰਟੀ ਤੇ। ਇਸ ਕਰਕੇ ਇਹਦੇ ਚ ਕੋਈ ਚੇਂਜ ਨਹੀਂ ਹੋਣੀ, ਕੁਝ ਵੀ ਨਹੀਂ ਹੁੰਦਾ ਦਿਖ ਰਿਹਾ। ਤਾਂ ਉਹ ਵਰਕਰ ਨੂੰ ਇੱਕ ਸੁਨੇਹਾ ਜਾਊਗਾ ਵੀ ਕੈਪਟਨ ਅਮਰਿੰਦਰ ਸਿੰਘ ਹੀ ਤੁਹਾਡੇ ਨੇਤਾ ਹੈ, ਬੜੇ ਮਜ਼ਬੂਤ ਨੇਤਾ ਹੈ, ਇਹੀ ਰਹਿਣਗੇ, ਇਹਨਾਂ ਨੂੰ ਬਦਲਿਆ ਨਹੀਂ ਜਾਊਗਾ। ਤਾਂ ਇਹਨਾਂ ਦੇ ਮੇਨ ਵਿੱਚ ਜਿਹੜਾ ਕਾਠੋ ਕਲੇਸ਼ ਦੇ ਵਿੱਚ ਦੇਖਣ ਚ ਆ ਰਿਹਾ ਹੈਗਾ, ਜਿਹੜੀ ਕਾਂਗਰਸ ਸਰਕਾਰ ਆਰਥਿਕ ਮੁਆਵਜ਼ੇ ਤੇ, ਨਸ਼ਿਆਂ ਦੇ ਮੁਆਵਜ਼ੇ ਤੇ, ਮਾਫੀਆ, ਲੈਂਡ ਮਾਫੀਆ, ਸ਼ਰਾਬ ਮਾਫੀਆ, ਉਹਨਾਂ ਦੇ ਫੇਲ ਹੋਈ ਹੈਗੀ ਆ, ਉਹਦੇ ਤੇ ਪਰਦਾ ਪਾਉਣ ਦੇ ਲਈ ਬੇਅਦਬੀ ਦਾ ਇਸ਼ੂ ਇੱਕ ਚੱਕ ਲਿਆ। ਜਿਵੇਂ ਬੀਜੇਪੀ ਵੱਲੋਂ ਰਾਮ ਮੰਦਿਰ ਦਾ ਇਸ਼ੂ ਚੱਕਿਆ ਗਿਆ ਸੀਗਾ ਤਾਂ ਉਹਨੂੰ ਲੈ ਕੇ ਸਰਕਾਰ ਬਣਾਈ ਗਈ ਸੀ। ਇਹ ਹੁਣ ਜਿਹੜੇ 2022 ਦੇ ਵਿੱਚ ਇਲੈਕਸ਼ਨ ਆ ਰਹੇ ਆ, ਉਹਦੇ ਸਰਕਾਰ ਬਣਾਉਣ ਦੇ ਲਈ ਵਿੱਚ ਬੇਅਦਬੀ ਕਾਂਡ ਨੂੰ ਇੱਕ ਮੁੱਦਾ ਬਣਾ ਕੇ ਉਭਾਰਿਆ ਜਾ ਰਿਹਾ ਹੈਗਾ। ਤੇ ਇਸ ਸਾਰੇ ਜਿਹੜਾ ਵਿੱਚ ਦੇਖਿਆ ਜਾ ਰਿਹਾ, ਇਸ ਜਿਹੜਾ ਐਪੀਸੋਡ ਹੈ, ਇਸ ਐਪੀਸੋਡ ਦੇ ਵਿੱਚ ਬੇਅਦਬੀ ਦੇ ਮੁੱਦੇ ਦੇ ਉੱਤੇ ਸਰਗਰਮੀ ਨਾਲ ਕਾਰਵਾਈ ਹੋਊਗੀ ਤੇ ਲੋਕਾਂ ਨੂੰ ਇਹ ਸੁਨੇਹਾ ਜਾਊਗਾ ਵੀ ਇਹ ਸਰਕਾਰ ਕੋਲ ਇੱਕੋ ਹੀ ਮੁੱਦਾ ਹੈ ਬੇਅਦਬੀ ਦਾ। ਬਾਕੀ ਸਾਰੇ ਮੁਆਵਜ਼ੇ ਜਿਹੜੇ ਮੁੱਦੇ ਹੈਗੇ, ਆਰਥਿਕ ਮੁਆਵਜ਼ਾ ਹੈਗਾ, ਉਹ ਚੱਕੇ ਨਹੀਂ ਜਾ ਰਹੇ। ਤਾਂ ਇਸ ਮੁੱਦੇ ਨੂੰ ਹੀ ਉਠਾਇਆ ਜਾ ਰਿਹਾ। ਮੈਨੂੰ ਤਾਂ ਲੱਗਦਾ ਕਿਸੇ ਇਹਨਾਂ ਦੀ ਆਪਦੀ ਇੱਕ ਰਚੀ ਮਿਚੀ ਸਾਜ਼ਿਸ਼ ਹੈ ਕੇਂਦਰੀ ਹਾਈ ਕਮਾਂਡ ਦੀ। ਤਾਂ ਉਹਦੇ ਨਾਲ ਹਾਈ ਕਮਾਂਡ ਇਸ ਮੁੱਦੇ ਨੂੰ ਉਠਾ ਕੇ ਆਪਦੇ ਵਰਕਰਾਂ, ਆਪਦੇ ਲੀਡਰਾਂ ਵੱਲੋਂ ਹੀ ਉਠਾਇਆ ਜਾ ਰਿਹਾ ਹੈਗਾ ਤੇ ਇਹਨੂੰ ਸਾਰੇ ਨੂੰ ਸੌਟ ਆਊਟ ਕਰ ਲੂਗੀ। ਇਹ ਜੇ 3 ਮੈਂਬਰੀ ਕਮੇਟੀ ਬੈਠ ਕੇ ਬੈਠੂਗੀ, ਪਰ ਇਹ ਦਿਖਾਉਣਗੇ ਵੀ ਕੈਪਟਨ ਅਮਰਿੰਦਰ ਸਿੰਘ ਹੀ ਮਜ਼ਬੂਤ ਨੇਤਾ ਹੈ, ਇਹਨਾਂ ਨੂੰ ਬਦਲਿਆ ਨਹੀਂ ਜਾਊਗਾ ਤੇ ਇਹਦੇ ਵਿੱਚ ਕੋਈ ਵੀ ਚੇਂਜ ਆਉਂਦੀ ਦਿਖਦੀ ਨਹੀਂ। ਹਾਂਜੀ, ठीक है, मैं तुहाडे कोल वापस आना। तुसीं बहुत इंपॉर्टेंट कह रहे हो कि एक चीज क्लीयर है कि इत्थे कोई बड़ा एक्शन होएगा उसकी उम्मीद घट है। रमन जी, तुहाडा एक रिएक्शन चाहांगे। ਇਹ ਸਮਝਿਆ ਜਾਵੇ ਇਹਨਾਂ ਮੀਟਿੰਗਾਂ ਦੀ ਸ਼ੁਰੂਆਤ ਹੋਈ ਹੈ, ਪਹਿਲਾ ਹੀ ਦਿਨ ਸੀ, ਤੇ ਸਮਝਿਆ ਜਾਵੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੇ ਉੱਤੇ ਤਾਂ ਮੋਹਰ ਲੱਗੀ ਲੋ ਜਾਂ ਲੱਗੀ ਹੋਈ ਹੈ ਆਲਰੇਡੀ, ਜਾਂ ਇਸ ਦੇ ਬਦਲ ਕੋਈ ਇਸ ਸਮੇਂ ਪੰਜਾਬ ਕਾਂਗਰਸ ਕੋਲ ਕੋਈ ਹੈ ਨਹੀਂ, ਤਾਂ ਠੀਕ ਹੈ ਮੀਟਿੰਗਾਂ ਕਰਕੇ ਉਹਨਾਂ ਦੀ ਗੱਲ ਸੁਣ ਕੇ ਵਿਧਾਇਕਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਹੈ ਕਿ ਤੁਹਾਡੀ ਗੱਲ ਅਸੀਂ ਸੁਣ ਲਈ, ਪਰ ਜਿਹੜਾ ਚਿਹਰਾ ਤਾਂ ਕੈਪਟਨ ਹੀ ਜਾ ਰਹੀ ਹੈ। ਹਾਂ, ਕੈਪਟਨ ਅਮਰਿੰਦਰ ਸਿੰਘ ਦੇ ਹੱਕ ਜਿਹੜੀ ਸਾਰਿਆਂ ਨਾਲੋਂ ਵੱਡੀ ਗੱਲ ਜਾ ਰਹੀ, ਜਿਹੜਾ ਉਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਭੂਮਿਕਾ ਨਿਭਾਈ ਹੈ ਨਾ। ਜੀ, ਮੈਨੂੰ ਬੜੇ ਸੀਨੀਅਰ ਪੱਤਰਕਾਰ ਨੇ, ਪਰ ਮੈਂ ਹਾਂ ਪੱਖੀ ਹੈ ਉਹ ਕੈਪਟਨ ਸਾਹਿਬ ਦੇ ਹੱਕ ਦੇ ਵਿੱਚ। ਮੈਂ ਸੇਖੋ ਸਾਹਿਬ ਤੁਹਾਡੇ ਕੋਲ ਆ ਰਿਹਾ, ਰਮਨ ਜੀ ਦਾ ਇੱਕ ਰਿਐਕਸ਼ਨ ਲੈ ਲਿਆ ਇਹਦੇ ਨਾਲ ਜਿਹੜੀ ਜੀ ਸੇਖੋ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ। ਮੈਨੂੰ ਲੱਗ ਰਿਹਾ ਕਿ ਸ਼ਾਇਦ ਸੇਖੋ ਸਾਹਿਬ ਤੱਕ ਮੇਰੀ ਆਵਾਜ਼ ਨਹੀਂ ਪਹੁੰਚ ਰਹੀ ਜੀ। ਰਮਨ ਜੀ, ਤੁਹਾਡਾ ਰਿਐਕਸ਼ਨ ਚਾਹਾਂਗੇ। ਨਹੀਂ ਪਹੁੰਚ ਰਹੀ ਹੈ ਜੀ, ਠੀਕ ਹੈ, ਠੀਕ। ਦੇਖੋ ਹਲੇ ਤਾਂ ਜਿਹੜਾ ਮੈਂ ਸੇਖੋ ਸਾਹਿਬ ਤੁਹਾਡੇ ਕੋਲ ਆ ਰਿਹਾ, ਜਿਹੜੇ ਇਸ਼ੂ ਸੀਗੇ, ਇਸ਼ੂਜ਼ ਤੇ ਡੈਲੀਬਰੇਸ਼ਨ ਹੋਣੀ ਸ਼ੁਰੂ ਹੋਈ ਹੈ ਤੇ ਆਪਾਂ ਪਹਿਲਾਂ ਹੀ ਇਸ ਚੀਜ਼ ਤੇ ਕਨਕਲੂਜਨ ਤੇ ਪਹੁੰਚ ਗਏ ਕਿ ਵੀ ਇਹਦਾ ਜਿਵੇਂ ਪਹਿਲਾ ਸਫਾ ਪੜ੍ਹ ਕੇ ਵੀ ਸਾਰੀ ਅੰਦਰਲੀ ਸਟੋਰੀ ਕੀ ਹੈਗੀ ਹੈ, ਸੀਨੀਅਰ ਪੱਤਰਕਾਰ ਸਾਹਿਬ ਸਾਰਾ ਜਾਣਦੇ ਨੇ। ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਕੋਈ ਇਸ਼ੂ ਰੇਜ਼ ਹੋਇਆ ਵਾ, ਇਸ਼ੂ ਆਫਟਰ ਆਲ ਐਸਕੇਲੇਟ ਹੋਇਆ ਵਾ ਔਰ ਸੈਂਟਰਲ ਹਾਈ ਕਮਾਂਡ ਨੇ ਜਿਹੜਾ ਇਹਦੇ ਚ ਇੰਟਰਵੀਨ ਕੀਤਾ ਹੈਗਾ ਵਾ, ਸਾਨੂੰ ਉਸ ਪ੍ਰੋਸੈਸ ਤੇ ਜਿਹੜਾ ਵਾ ਕਿੰਤੂ ਪਰੰਤੂ ਜਾਂ ਟਿੱਪਣੀ ਉਦੋਂ ਕਰਨੀ ਚਾਹੀਦੀ ਹੈਗੀ ਹੈ ਜਦੋਂ ਉਹਦਾ ਫਾਈਨਲ ਜਿਹੜਾ ਕਨਕਲੂਜਨ ਆ ਜਾਵੇਗਾ। ਮੇਰਾ ਇਹ ਮੰਨਣਾ ਹੈਗਾ ਵਾ ਕਿ ਕਈ ਇਸ਼ੂਜ਼ ਜਿਹੜੇ ਚੱਕੇ ਗਏ ਹੈਗੇ ਆ ਬਿਲਕੁਲ ਸਹੀ ਹੈ।
ਮੈਂ ਇਹਨਾਂ ਦੀ ਪੱਤਰਕਾਰ ਸਾਹਿਬ ਦੀ ਇਸ ਆਬਜ਼ਰਵੇਸ਼ਨ ਤੇ ਵੀ ਬੜੀ ਮੈਨੂੰ ਇਤਰਾਜ਼ ਹੈਗਾ ਵੈ ਕਿ ਵੀ ਅਸੀਂ ਜਿਹੜਾ ਵੈ ਲੈਂਡ ਮਾਫੀਆ ਜਾਂ ਸੈਂਡ ਮਾਫੀਆ ਜਾਂ ਜਿਹੜਾ ਲਿਕਰ ਮਾਫੀਆ ਤੇ ਨਕੇਲ ਨਹੀਂ ਪਾ ਪਏ। ਇਹ ਗੱਲ ਬਿਲਕੁਲ ਠੀਕ ਹੈਗੀ ਆ ਕਿ ਵੀ ਜਿਸ ਤਰ੍ਹਾਂ ਦੀ ਸਾਨੂੰ ਐਕਸਪੈਕਟੇਸ਼ਨ ਸੀਗੀ ਜਾਂ ਆਮ ਬੰਦੇ ਨੂੰ ਸਮਝਦੇ ਸੀ ਵੀ ਅਸੀਂ ਇਹਨਾਂ ਨੂੰ ਦਬੋਚ ਲਵਾਂਗੇ, ਪਰ ਇਹ ਜਿਹੜੇ 8-10 ਸਾਲ ਦੇ ਇੰਨੇ ਹੱਟੇ ਕੱਟੇ ਜਾਂ ਇਹਨਾਂ ਨੇ ਇੰਨੇ ਇਹੋ ਜਿਹੇ ਸਿਸਟਮ ਬਣਾ ਲਏ ਹੈਗੇ ਆ ਕਿ ਜਿਨ੍ਹਾਂ ਦੇ ਨਕੇਲ ਪਾਣਾ ਮੈਂ ਉਹ ਨਕੇਲ ਪਾਣਾ ਮਤਲਬ ਤੁਸੀਂ ਰੈਗੂਲਰ ਜਿਹੜੇ ਸਿਸਟਮ ਦੇ ਨਾਲ ਨਹੀਂ ਕਰ ਸਕਦੇ। ਮੈਂ ਇਹ ਮੰਨਣਾ ਮੈਂ ਸ਼ੁਕਲਾ ਸਾਹਿਬ ਕਿ ਸਾਡਾ ਬਿਲਕੁਲ ਵੀ ਮਕਸਦ ਇਹ ਨਹੀਂ ਕਿ ਵੀ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਤੇ ਕਿਸੇ ਹੋਰ ਪਾਸੇ ਲੈ ਕੇ ਜਾਏ, ਕਿਉਂਕਿ ਜੇ ਬੇਅਦਬੀ ਹੈਗਾ ਵਾ, ਬੇਅਦਬੀ ਵੀ ਇੱਕ ਰੀਅਲ ਮੁੱਦਾ ਹੈਗਾ ਵਾ, ਆਰਥਿਕਤਾ ਵੀ ਇੱਕ ਰੀਅਲ ਮੁੱਦਾ ਹੈਗਾ ਵਾ, ਪੰਜਾਬ ਦੀ ਡਿਵੈਲਪਮੈਂਟ ਵੀ ਰੀਅਲ ਮੁੱਦਾ ਹੈਗੀ ਹੈ, ਇਹ ਕੋਵਿਡ ਦੀ ਜਿਹੜੀ ਅੱਜ ਦੀ ਡੇਟ 'ਚ ਪਰੇਸ਼ਾਨੀਆਂ ਵੀ ਰੀਅਲ ਮੁੱਦਾ ਵਾ। ਸਾਡਾ ਕੋਈ ਵੀ ਇਹ ਮਕਸਦ ਨਹੀਂ ਹੈ ਕਿ ਵੀ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਅਸੀਂ ਉਹਨਾਂ ਨੂੰ ਗੁੰਮਰਾਹ ਕਰੀਏ, ਬਟ ਕਿਉਂਕਿ ਅਲਟੀਮੇਟਲੀ ਅਸੀਂ ਉਹਨਾਂ ਨੂੰ ਨਹੀਂ ਗੁੰਮਰਾਹ ਕਰ ਰਹੇ, ਅਸੀਂ ਆਪਣੇ ਆਪ ਨੂੰ ਗੁੰਮਰਾਹ ਕਰ ਰਹੇ ਹਾਂ। ਔਰ ਇਹ ਇੱਕ ਗੱਲ ਗੌਰਵ ਜੀ ਮੇਰਾ ਆਪਣਾ ਹੀ ਮੰਨਣਾ ਹੈ ਕਿ ਇਹ 60-70 ਸਾਲ ਦੀ ਇੱਕ ਸੈਕਿੰਡ ਪਰ ਜਿਹੜੀਆਂ ਚੀਜ਼ਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ ਉੱਤੇ ਕਾਂਗਰਸ ਇਲੈਕਸ਼ਨ ਦੇ ਉੱਤੇ ਜਾ ਸਕਦੀ ਹੈ, ਡਰੱਗ ਵਾਲੇ ਇਸ਼ੂ ਦੇ ਉੱਤੇ ਜਾਂ ਫਿਰ ਮਾਈਨਿੰਗ ਮਾਫੀਆ ਦੇ ਮੁੱਦੇ ਦੇ ਉੱਤੇ ਜਾਂ ਜਿਹੜੇ ਹੋਰ ਇਸ਼ੂਜ਼ ਤੇ ਬੇਅਦਬੀ ਤੇ ਗੋਲੀकांड ਦਾ ਮੁੱਦਾ ਤਾਂ ਸਭ ਦੇ ਸਾਹਮਣੇ ਹੈ ਨਾ ਇਸ ਸਮੇਂ ਕਿ ਉੱਥੇ ਤਾਂ ਕੁਝ ਨਹੀਂ ਹੋਇਆ ਜਿਸ ਤਰੀਕੇ ਦਾ ਹੋਣਾ ਚਾਹੀਦਾ ਸੀ। ਚਲੋ ਉਹ ਇੱਕ ਇਸ਼ੂ ਹੈਗਾ, ਬਾਕੀ ਇਸ਼ੂਜ਼ ਤੇ ਤੁਸੀਂ ਜਾ ਸਕਦੇ ਹੋ ਇਲੈਕਸ਼ਨ ਦੇ ਵਿੱਚ, ਚਾਹੇ ਉਹ ਨਸ਼ੇ ਦਾ ਮੁੱਦਾ ਹੈ ਜਾਂ ਫਿਰ ਰੋਜ਼ਗਾਰ ਵਾਲਾ ਮੁੱਦਾ ਹੈ, ਕਿਸਾਨਾਂ ਵਾਲਾ ਮੁੱਦਾ ਹੈ ਜਾਂ ਫਿਰ ਮਾਈਨਿੰਗ ਮਾਫੀਆ ਦਾ ਮੁੱਦਾ। ਗੌਰਵ ਜੀ ਤੁਸੀਂ ਇੱਕ ਬੜੇ ਸੀਨੀਅਰ ਪੱਤਰਕਾਰ ਹੋ ਔਰ ਦੇਖੋ ਤੁਸੀਂ ਤੁਹਾਡੀ ਰੈਕਗਨੀਸ਼ਨ ਨੈਸ਼ਨਲ ਲੈਵਲ ਤੇ ਵੀ ਹੋਈ ਹੈ ਐਜ਼ ਵਨ ਆਫ ਦਾ ਬੈਸਟ ਐਂਕਰ। ਮੇਰਾ ਇਹ ਮੰਨਣਾ ਹੈ ਕਿ ਜਿਹੜਾ ਜਦੋਂ ਅਸੀਂ ਇਲੈਕਸ਼ਨ 'ਚ ਜਾਂਦੇ ਆ ਇਟ ਇਜ਼ ਲਾਈਕ ਦਾ ਗੇਮ ਆਫ ਸੇ ਬੈਡਮਿੰਟਨ ਜਾਂ ਕੀ ਕਹੀਏ ਟੈਨਿਸ। ਸਰਵਿਸ ਤਾਂ ਸਾਨੂੰ ਚੱਕਣੀ ਪੈਣੀ ਹੈ, ਜਿਹੜਾ ਮਰਜੀ ਤੁਸੀਂ ਆਪੋਜੀਸ਼ਨ ਚਾਹੇ ਉਹ ਸੈਂਡ ਦੇ ਮੁੱਦੇ ਤੇ ਹੋਵੇ ਤਾਂ ਵੀ ਸਾਨੂੰ ਜਵਾਬ ਦੇਣਾ ਪੈਣਾ, ਲਿਕਰ ਦੇ ਮੋਵੇ ਤੇ ਇਹ ਤਾਂ ਲੋਕਾਂ ਨੇ ਦੇਖਣਾ ਵਾ ਕਿ ਵੀ ਅਸੀਂ ਐਕਚੁਅਲੀ ਕੁਝ ਕੀਤਾ ਕਿ ਨਹੀਂ ਕੀਤਾ। ਤੁਸੀਂ ਜਿਹੜੀ ਵੀ ਕਿਸੇ ਆਪੋਜੀਸ਼ਨ ਜਿਹੜੀ ਆ ਸਾਡੀਆਂ ਆਪੋਜੀਸ਼ਨ ਪਾਰਟੀਆਂ ਤੁਰੀਆਂ ਫਿਰਦੀਆਂ ਵਾ, ਚਾਹੇ ਅਕਾਲੀ ਦਲ ਹੈ ਚਾਹੇ ਆਮ ਆਦਮੀ ਪਾਰਟੀ ਹੈ ਜਾਂ ਜਿਹੜੀਆਂ ਨਵੀਆਂ ਖੜੀਆਂ ਹੋ ਰਹੀਆਂ ਵਾ, ਉਹ ਤਾਂ ਨਿਕਲਦੇ ਸਾਰ ਇਹ ਕਹਿ ਦਿੰਦੀ ਹੈ ਜੀ ਵੀ ਇਹ ਤਾਂ ਪੰਜਾਬ ਦੇ ਵਿੱਚ ਤਾਂ ਕੋਈ ਗਵਰਨਮੈਂਟ ਨਾਂ ਦੀ ਚੀਜ਼ ਹੀ ਹੈ ਨਹੀਂ ਗੀ ਤੇ ਇੱਥੇ ਤਾਂ ਅਨਾਰਕੀ ਹੈਗੀ ਆ, ਇੱਥੇ ਤਾਂ ਲੌਲੈਸਨੈਸ ਹੈਗੀ ਆ। ਐਕਚੁਅਲੀ ਕੋਈ ਇਹੋ ਜਿਹੀ ਗੱਲ ਹੁੰਦੀ ਹੈ? ਇਹ ਤਾਂ ਦੇਖੋ ਉਹਨਾਂ ਨੇ ਇੰਨੇ ਵੱਡੇ ਆਪਣੇ ਜਿਹੜੇ ਕਹੀ ਕਿ ਬੰਬਸ਼ੈਲ ਮਾਰਨੇ ਆ ਲੋਕਾਂ ਨੂੰ ਪ੍ਰਮਾਣ ਲਈ ਕਿ ਵੀ ਨਹੀਂ ਇਹ ਤਾਂ ਕੁਝ ਕਰ ਹੀ ਨਹੀਂ ਸਕਦੇ, ਅਸੀਂ ਕੀਤਾ ਵਾ। ਪਰ ਫਿਰ ਫੈਕਟ ਆਫ ਦਾ ਮੈਟਰ ਇਜ਼ ਕਿ ਪੰਜਾਬ ਦੀ ਆਰਥਿਕਤਾ ਨੂੰ ਸੰਭਾਲਣ ਦੇ ਵਿੱਚ ਬੜਾ ਜ਼ਬਰਦਸਤ ਰੋਲ ਹੈ, ਗੈਂਗ ਕਲਚਰ ਖਤਮ ਕਰਨ 'ਚ ਬੜਾ ਵੱਡਾ ਜ਼ਬਰਦਸਤ ਰੋਲ ਹੈ ਕਾਂਗਰਸ ਦਾ, ਡਰੱਗਸ ਦੀ ਲੱਕ ਤੋੜਨ ਦੇ ਵਿੱਚ ਬੜਾ ਵੱਡਾ ਕਲਚਰ ਹੈਗਾ ਵਾ। ਜਿਹੜਾ ਤੁਸੀਂ ਇਹ ਬੇਅਦਬੀ ਦਾ ਆ ਇਹ ਮੈਂ ਸਮਝਦਾ ਮੈਂ ਇਹ ਬੇਸਿਕਲੀ ਇੱਕ ਜੁਡੀਸ਼ੀਅਲ ਜਿਹੜੀ ਓਵਰ ਐਕਟਿਵਿਜ਼ਮ ਦਾ ਸੈਟਬੈਕ ਹੈਗਾ ਵਾ। ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਵੀ ਅਸੀਂ ਉਹਦੇ ਉੱਤੇ ਕੰਮ ਨਹੀਂ ਕਰ ਰਹੇ ਹੈਗੇ। ਆਫਟਰ ਆਲ ਇੱਕ ਹਾਈ ਕੋਰਟ ਨੇ ਇੱਕ ਆਬਜ਼ਰਵੇਸ਼ਨ ਦੇ ਦਿੱਤੀ ਔਰ ਇਸ ਟਾਈਮ ਸੁਪਰੀਮ ਕੋਰਟ ਦੀਆਂ ਕਚਹਿਰੀਆਂ 'ਚ ਛੁੱਟੀ ਹੈਗੀ ਹੈ ਤੇ ਸਾਡੇ ਕੋਲੇ ਬੈਸਟ ਜਿਹੜਾ ਪੋਸੀਬਲ ਆਪਸ਼ਨ ਹੈ ਅਸੀਂ ਉਸ ਤੇ ਕੰਮ ਕਰ ਰਹੇ ਹਾਂ। ਔਰ ਮੇਰਾ ਆਪਣਾ ਇਹ ਮੰਨਣਾ ਹੈਗਾ ਵਾ ਕਿ ਵੀ ਇਹਦੇ ਉੱਤੇ ਵੀ ਜਿਹੜਾ ਵਾ ਇੱਕ ਬਾਈ ਦਾ ਟਾਈਮ ਅਸੀਂ ਇਲੈਕਸ਼ਨ ਤੇ ਕਰ ਜਾਵਾਂਗੇ, ਅਸੀਂ ਸੁਰਖਰੂ ਹੋ ਕੇ ਜਾਵਾਂਗੇ, ਅਸੀਂ ਬਿਲਕੁਲ ਇਸ ਚੀਜ਼ ਨੂੰ ਜਿਹੜਾ ਵਾ ਇਹਨੂੰ ਕਲਮੀਨੇਟ ਕਰਕੇ ਇਹਨੂੰ ਕਨਕਲੂਡ ਕਰਕੇ ਜਾਵਾਂਗੇ। ਪਰ ਜਿੱਥੋਂ ਤੱਕ ਗੱਲਾਂ ਆਪੋਜੀਸ਼ਨ ਦੀਆਂ ਵਾ, ਆਪੋਜੀਸ਼ਨ ਦੀਆਂ ਗੱਲਾਂ ਦੇ ਵਿੱਚ ਹਮੇਸ਼ਾ ਥੋੜਾ ਜਿਹਾ ਜਿਹੜਾ ਵਾ ਹਕੀਕਤ ਘੱਟ ਤੇ ਫਸਾਨੇ ਜ਼ਿਆਦਾ ਹੁੰਦੇ ਆ। ਇਹ ਗੱਲ ਧਿਆਨ ਨਾਲ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਆਪੋਜੀਸ਼ਨ ਕਿਸੇ ਤੇ ਇਲਜ਼ਾਮ ਲਾਉਂਦੀ ਹੈਗੀ ਆ ਉਹ ਆਪੋਜੀਸ਼ਨ ਦਾ ਇਲਜ਼ਾਮ ਉਹੀ ਟਿਕਦਾ ਹੈਗਾ ਵਾ ਜਿਹਦੇ ਵਿੱਚ ਐਕਚੁਅਲ ਤੌਰ ਤੇ ਹਕੀਕਤ ਹੋਵੇਗੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਨਹੀਂ ਠੀਕ ਹੈ ਰਮਨ ਜੀ, ਦੇਖੋ ਆਰਥਿਕਤਾ ਇੰਪਰੂਵ ਹੋਈ ਹੈ, ਸਾਰਿਆਂ ਨੂੰ ਪਤਾ ਵੀ ਰਹੇ ਹੋ 2017 ਤੋਂ ਪਹਿਲਾਂ ਆਪੋਜੀਸ਼ਨ ਸੀ, ਤੁਸੀਂ ਵੀ ਬੜੇ ਸਾਰੇ ਇਲਜ਼ਾਮ ਲਗਾਏ ਨੇ ਅਕਾਲੀ ਬੀਜੇਪੀ ਦੇ ਉੱਤੇ। ਮੇਰਾ ਗੌਰਵ ਸਾਹਿਬ ਮੇਰਾ ਇਹੀ ਮੈਂ ਤੁਹਾਨੂੰ ਕਹਿਣ ਦਾ ਕਹਿ ਰਿਹਾ ਕਿ ਉਹ ਵਾਲੇ ਹੀ ਐਲੀਗੇਸ਼ਨ ਸਟਿਕ ਕਰਦੇ ਆ, ਉਹੀ ਐਲੀਗੇਸ਼ਨ ਸਟਿਕ ਕਰਦੇ ਆ ਜਿਨ੍ਹਾਂ ਦੇ ਵਿੱਚ ਦਮ ਹੋਵੇ। ਜਦੋਂ ਅਸੀਂ ਉਹਨਾਂ ਨੂੰ ਲੈਂਡ ਮਾਫੀਆ ਕਿਹਾ ਜਾਂ ਸੈਂਡ ਮਾਫੀਆ ਕਿਹਾ ਜਾਂ ਉਹਨਾਂ ਨੂੰ ਗੈਂਗਸਟਰ ਕਲਚਰ ਦੀ ਗੱਲ ਕਹੀ ਜਾਂ ਉਹਨਾਂ ਦੇ ਡਰੱਗ ਦੀ ਗੱਲ ਕਹੀ, ਲੋਕਾਂ ਨੇ ਗ੍ਰਾਸ ਰੂਟ ਲੈਵਲ ਤੇ ਉਹ ਚੀਜ਼ਾਂ ਨੂੰ ਦੇਖਿਆ, ਮਹਿਸੂਸ ਕੀਤਾ ਤੇ ਉਹਨਾਂ ਤੇ ਸਟਿਕ ਕੀਤਾ। ਜੇ ਅੱਜ ਆਮ ਆਦਮੀ ਪਾਰਟੀ ਦੇ ਉੱਤੇ ਜੇ ਉਹਨਾਂ ਦੇ ਨਾਲ ਫੰਡਾਮੈਂਟਲਿਸਟ ਦੇ ਨਾਲ ਜਾਂ ਉਹਨਾਂ ਦੇ ਟੈਰਰਿਸਟ ਦੇ ਨਾਲ ਰਿਲੇਸ਼ਨ ਸੀਗੇ, ਲੋਕਾਂ ਨੇ ਮੰਨਿਆ ਕਿ ਵੀ ਹਾਂ ਜਿਹੜੀ ਕਾਂਗਰਸ ਐਲੀਗੇਸ਼ਨ ਲਾ ਰਹੀ ਹੈ ਠੀਕ ਹੈ ਤੇ ਉਹਨਾਂ ਤੇ ਸਟਿਕ ਕੀਤੇ। ਬਿਲਕੁਲ ਐਲੀਗੇਸ਼ਨ ਇਹ ਕਾਂਗਰਸ
ਸਾਡੇ ਉੱਤੇ ਐਲਾਨ not only from ਮੈਂ ਇੱਕ ਹੋਰ ਕਪਾਈ ਸਾਹਿਬ ਸਮਾਈਲ ਕਰ ਰਹੇ ਹੈਗੇ ਨੇ, ਮੈਂ ਕਪਾਈ ਸਾਹਿਬ ਦੀ ਗੱਲ ਨੂੰ ਮੈਂ ਸਮਝਦਾ ਪਿਆ ਮੈਂ, ਇਹ ਕਹਿਣਗੇ ਕਿ ਵੀ ਤੁਹਾਡੇ ਤਾਂ ਅੰਦਰਲੇ ਬੰਦੇ ਜਿਹੜੇ ਇਹ ਗੱਲ ਕਹਿ ਰਹੇ, ਪਰ ਇਹ ਵੀ ਗੱਲ ਸਮਝੋ ਕਿ ਵੀ ਸਾਡੀ ਜਿਹੜੀ ਅੰਦਰ ਦੀ ਜਿਹੜੀ ਡਿਫਰੈਂਸ ਆਫ ਓਪੀਨੀਅਨ ਹੈ, ਇਹ ਪੋਲੀਟੀਕਲ ਲੀਡਰਸ ਦੀਆਂ ਪਰਸਨਲ ਐਂਬੀਸ਼ਨਸ ਨੂੰ ਵੀ ਰਿਫਲੈਕਟ ਕਰਦੀਆਂ ਵਾ। ਇਹ ਵਾਲੀਆਂ ਗੱਲਾਂ ਜਿਹੜੀਆਂ ਹੈਗੀਆਂ ਵਾ, ਅੱਜ ਜੇ ਚੀਜ਼ਾਂ ਐਸਕੇਲੇਟ ਹੋਈਆਂ ਵਾ ਔਰ ਕਿਸੇ ਇੱਕ ਮਕਾਮ ਤੇ ਇੱਕ ਪਲੇਟਫਾਰਮ ਤੇ ਜਾ ਕੇ ਗੱਲ ਹੋ ਰਹੀ ਹੈ, ਮੈਨੂੰ ਲੱਗਦਾ ਵਾ ਕਿ ਸਾਨੂੰ ਬਿਲਕੁਲ ਵੇਟ ਕਰਨਾ ਚਾਹੀਦਾ ਵਾ ਵੀ ਇਹ ਸਾਡੀ ਹਾਈ ਕਮਾਂਡ ਕੀ ਸੋਲੂਸ਼ਨ ਪ੍ਰੋਵਾਈਡ ਕਰਦੀ ਹੈ। ਜੇ ਉਹ ਸੋਲੂਸ਼ਨ ਠੀਕ ਹੈ ਸਰ, ਤੁਸੀਂ ਸੇਖੋ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਰਮਨ ਜੀ ਤੁਹਾਡੀ ਗੱਲ ਠੀਕ ਹੈ, ਤੁਹਾਡੀ ਗੱਲ ਸਾਡੇ ਤੱਕ ਪਹੁੰਚੀ ਹੈ। ਸੇਖੋ ਸਾਹਿਬ ਕੁਝ ਕਹਿਣਾ ਚਾਹ ਰਹੇ। ਸੇਖੋ ਸਾਹਿਬ ਮੈਂ ਕਹਿ ਰਿਹਾ ਸੀ ਇੱਕ ਚਿਹਰੇ ਦੇ ਉੱਤੇ ਸਹਿਮਤੀ ਬਣ ਸਕਦੀ ਹੈ। ਹਾਂਜੀ ਸੇਖੋ ਜੀ ਬਿਲਕੁਲ ਬਣ ਸਕਦੀ ਹੈ ਜੀ। ਜਿਹੜਾ ਨਵਜੋਤ ਸਿੱਧੂ ਦਾ ਰੋਲ ਹੈ ਨਾ, ਉਹਦਾ ਰੋਲ ਤਾਂ ਹੈਗਾ ਜਿਵੇਂ ਪੁਰਾਣੀਆਂ ਫਿਲਮਾਂ 'ਚ ਹੈਲਨ ਦਾ ਆਈਟਮ Song ਹੁੰਦਾ ਸੀ ਨਾ, ਉਹਦੇ 'ਚ ਪਾ ਦਿੱਤਾ। ਜੇ ਫਿਲਮ ਕਿੱਡੀ ਬੇਕਾਰ ਹੁੰਦੀ, ਡਾਇਰੈਕਟਰ ਬੇਕਾਰ, ਹੀਰੋ ਹੀਰੋਇਨ ਬੇਕਾਰ ਹੁੰਦੀ ਸੀ, ਤਾਂ ਉਹਦੇ ਡਾਂਸ ਨੂੰ ਦੇਖਣ ਲਈ, ਉਹਦੇ ਲਟਕੇ ਝਟਕੇ ਦੇਖਣ ਲਈ ਲੋਕ ਚਲੇ ਜਾਂਦੇ ਸੀ। ਸਿੱਧੂ ਸਾਹਿਬ ਦਾ ਰੋਲ ਤਾਂ ਇੰਨਾ ਹੀ ਹੈਗਾ। ਉਹਨਾਂ ਬਿਨਾਂ ਕਾਂਗਰਸ ਪਾਰਟੀ ਦਾ ਸਰਦਾ ਵੀ ਨਹੀਂਗਾ, ਉਹਨਾਂ ਦੇ ਆਈਟਮ Song ਬਿਨਾਂ। ਉਹਨਾਂ ਨੂੰ ਕੱਢਣਗੇ ਵੀ ਨਹੀਂਗੇ, ਪਰ ਉਹਨਾਂ ਨੂੰ ਚਿਹਰਾ ਕਦੇ ਨਹੀਂ ਬਣਾਉਣਗੇ। ਉਹ ਉਹਨਾਂ ਨੂੰ ਕਾਂਗਰਸ ਪਾਰਟੀ ਨੂੰ, ਹਾਈ ਕਮਾਂਡ ਨੂੰ, ਸਾਡੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰ, ਇਹਨਾਂ ਨੂੰ ਉਹ ਚਿਹਰਾ ਮਨਜ਼ੂਰ ਨਹੀਂਗਾ। ਚਿਹਰਾ ਇੱਕੋ ਹੀ ਕੈਪਟਨ ਸਾਹਿਬ ਦਾ ਹੀ ਮਨਜ਼ੂਰ ਹੈ ਸਾਰਿਆਂ ਨੂੰ। ਤੇ ਦੂਜਾ ਮੈਂ ਗੱਲ ਕਰ ਰਿਹਾ ਸੀ ਬੇਅਦਬੀ ਦੇ ਮੁੱਦੇ ਨੂੰ ਸਿੱਧੂ ਸਾਹਿਬ ਨੇ ਜਾਣਬੁੱਝ ਕੇ ਗੱਲ ਹਜ਼ਮ ਹੋਣੀ ਕਿ ਮੈਨੂੰ 15-20 ਦਿਨ ਇੱਕ ਰੋਲ ਦਿੱਤਾ, ਮੈਂ ਪ੍ਰਚਾਰ ਕੀਤਾ, ਸਰਕਾਰ ਬਣ ਗਈ, ਤਾਂ ਉਸ ਤੋਂ ਬਾਅਦ ਫੇਰ ਖੁੰਝੇ ਲਾਈਨ ਲਗਾ ਦੋ। ਤਾਂ ਸਿੱਧੂ ਸਾਹਿਬ ਨੇ ਇਸ ਦੇ ਨਾਲ ਰਾਜ਼ੀ ਨਹੀਂ ਹੋਣ ਵਾਲੇ। ਸਿੱਧੂ ਸਾਹਿਬ ਨੇ ਜੇ ਕੰਮ ਕਰਨਾ ਹੁੰਦਾ, ਉਹਨਾਂ ਨੂੰ ਬਿਜਲੀ ਡਿਪਾਰਟਮੈਂਟ ਦਿੱਤਾ ਸੀਗਾ। ਬਿਜਲੀ ਮਹਿਕਮੇ ਦੇ ਵਿੱਚ ਉਹ ਕੰਮ ਕਰਕੇ, ਪੰਜਾਬ ਦਾ ਸੁਧਾਰ ਕਰਕੇ, ਬੱਲੇ ਬੱਲੇ ਕਰਕੇ ਮੁੱਖ ਮੰਤਰੀ ਦਾ ਕੈਂਡੀਡੇਟ ਬਣ ਸਕਦੇ ਸੀ, ਇੱਕ ਚਿਹਰਾ ਬਣ ਸਕਦੇ ਸੀ। ਕੀ ਬਿਜਲੀ ਬੋਰਡ ਦਾ ਮਹਿਕਮਾ ਆਸ਼ੂਤਾ ਹੈਗਾ? ਉਹਦੇ ਚ ਕੰਮ ਨਹੀਂ ਕੀਤਾ ਜਾਂਦਾ ਇੱਕ ਮਿਨਿਸਟਰ ਵੱਲੋਂ। ਉਹ ਇੰਨਾ ਕੰਮ ਕਰਦੇ ਤੇ ਬਿਜਲੀ ਸਸਤੀ ਹੁੰਦੀ, 24 ਘੰਟੇ ਰਹਿ ਜਾਂਦੀ, ਟਰਾਂਸਫਾਰਮਰ ਹੋਰ ਜਿੱਥੇ ਸ਼ਾਰਟੇਜ ਹੈ, ਘਰ ਘਰ ਤੱਕ ਬਿਜਲੀ ਪਹੁੰਚ ਜਾਂਦੀ, ਸਾਰੇ ਲੋਕੀ ਸੁਖੀ ਹੋ ਜਾਂਦੇ ਵੀ ਅਸੀਂ ਬਿੱਲ ਭਰਨ ਨੂੰ ਤਿਆਰ, ਸਾਨੂੰ ਬਿਜਲੀ ਮਿਲ ਰਹੀ ਹੈ, ਬਿਜਲੀ ਸਾਨੂੰ ਸਸਤੀ ਮਿਲ ਰਹੀ ਹੈ। ਤਾਂ ਉਹ ਆਪਣੇ ਆਪ ਚਿਹਰਾ ਬਣ ਜਾਣੇ ਸੀ, ਲੋਕਾਂ ਨੇ ਚੱਕ ਲੈਣਾ। ਕੁਲਬੀਰ ਜੀ ਥੋੜਾ ਜਿਹਾ ਸਮਾਂ ਦਿਓ। ਰਮਨ ਜੀ ਕੁਝ ਕਹਿਣਾ ਚਾਹ ਰਹੇ ਨੇ, ਰਿਐਕਟ ਕਰਨਾ ਚਾਹ ਰਹੇ, ਆਪਾਂ ਇੱਕ ਛੋਟਾ ਜਿਹਾ ਰਿਐਕਸ਼ਨ ਲੈ ਲਈ। ਰਮਨ ਜੀ ਠੀਕ ਹੈ, ਆਪਾਂ ਇੱਕ ਰਮਨ ਜੀ ਤੋਂ ਛੋਟਾ ਜਿਹਾ ਰਿਐਕਸ਼ਨ ਲੈ ਲਈ। ਰਮਨ ਜੀ ਕੁਝ ਕਹਿਣਾ ਚਾਹ ਰਹੇ ਹੋ ਤੁਸੀਂ? ਕੁਲਬੀਰ ਜੀ, ਮੈਨੂੰ ਨਾ ਤੁਹਾਡੀ ਟਿੱਪਣੀ ਤੇ ਬੜਾ ਇਤਰਾਜ਼ ਹੈ ਸਾਹਿਬ। ਤੁਸੀਂ ਇਹ ਜਿਹੜਾ ਦੇਖੋ, ਪਹਿਲੀ ਗੱਲ ਤਾਂ ਜਿਹੜੀ ਹੈਲਨ ਸੀਗੀ, ਐਕਟਰ ਸੀਗੀ, ਉਹ ਆਪਣਾ ਇੱਕ ਰੋਲ ਕਰਦੀ ਸੀ ਕਿ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਜਿਹੜਾ ਤੁਸੀਂ ਦੇਖੋ, ਸਾਡੇ ਨਵਜੋਤ ਸਿੱਧੂ ਵੀ ਇੱਕ ਜਿਹੜੇ ਰਿਸਪੈਕਟਡ ਸਾਡੇ ਲੀਡਰ ਨੇ, ਉਹ ਆਪਣੇ ਇਸ਼ੂਜ਼ ਨੂੰ ਰੇਜ਼ ਕਰਦੇ ਨੇ। ਤੁਹਾਨੂੰ ਉਹਨਾਂ ਦਾ ਤੁਹਾਡਾ ਨਜ਼ਰੀਆ ਕੀ ਹੈ ਉਹ ਮੈਟਰ ਨਹੀਂ ਕਰਦਾ, ਤੁਸੀਂ ਆਪਣਾ ਨਜ਼ਰੀਆ ਨਾ ਦੱਸੋ। ਤੁਸੀਂ ਐਜ਼ ਅ ਪੱਤਰਕਾਰ, ਤੁਹਾਡੇ ਕੋਲੇ ਤੁਹਾਡੀ ਜਿਹੜੀ ਲੈਂਗੁਏਜ ਦੇ ਵਿੱਚ ਉਹ ਸ਼ਲੀਨਤਾ ਹੋਣੀ ਚਾਹੀਦੀ ਹੈਗੀ ਹੈ। ਤੁਸੀਂ ਬਿਲਕੁਲ ਕਹੋ ਕਿ ਵੀ ਉਹ ਆਪਣੇ ਕੋਈ ਗੱਲ ਜਿਹੜੀ ਹੈ ਉਹ ਸੈਂਸੇਸ਼ਨਲਿਜ਼ਮ ਕਰ ਰਹੇ ਜਾਂ ਕੁਝ, ਪਰ ਤੁਹਾਨੂੰ ਇੱਕ ਕਿਸੇ ਟੀਵੀ ਐਕਟਰੈਸ ਜਿਹੜੀ ਕਿ ਅੱਜ ਦੀ ਡੇਟ 'ਚ ਬੜੀ ਰਿਸਪੈਕਟੇਬਲ ਔਰਤ ਹੈਗੀ ਹੈ, ਔਰ ਉਹਦੇ ਬਾਰੇ ਜਿਹੜੇ ਹੈ ਕੋਈ ਵੀ ਬੰਦਾ ਇਹ ਗੱਲਾਂ ਨਹੀਂ ਕਰਦਾ। ਤੁਹਾਨੂੰ ਆਪਣੇ ਜਿਹੜੇ ਵਰਡਸ ਵਾਪਸ ਲੈਣੇ ਚਾਹੀਦੇ ਆ। ਇਹ ਸਾਡਾ ਇੰਟਰਨਲ ਇਸ਼ੂ ਹੈ, ਉਹ ਸਾਡੇ ਰਿਸਪੈਕਟਡ ਲੀਡਰ ਹੈ, ਸਾਡੇ ਉਹ ਕਾਂਗਰਸ ਦੇ ਵਿੱਚ ਜਿਹੜੀ ਹੈ ਇਸ਼ੂਜ਼ ਬੇ ਪੋਲਿਟਿਕਸ ਹੋ ਰਹੀ ਹੈ, ਉਹ ਆਪਣੇ ਇਸ਼ੂ ਰੇਜ਼ ਕਰ ਰਹੇ ਆ, ਅਸੀਂ ਉਹਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਦੇ ਇਕੱਲੇ ਉਹ ਨਹੀਂ ਕਿ ਜਿਹੜੇ ਬਾਕੀ ਦੇ ਵੀ ਜਿਨ੍ਹਾਂ ਨੇ ਥੋੜੀ ਜਿਹੀ ਕੋਈ ਗੱਲ ਕੀਤੀ ਹੈ। ਹੁਣ ਜਦੋਂ ਸਾਡੇ ਪਲੇਟਫਾਰਮ ਤੇ ਆ ਗਏ ਆ, ਜਦੋਂ ਪਲੇਟਫਾਰਮ ਤੇ ਆ ਕੇ ਅਸੀਂ ਸਾਰੇ ਆਪਸ ਦੇ ਵਿੱਚ ਇੱਕ ਵਾਰੀ ਗੱਲ ਕਰ ਰਹੇ ਹੈਗੇ ਔਰ ਆਪਣੇ ਲੀਡਰਾਂ ਦੇ ਨਾਲ ਗੱਲ ਸੁਣ ਰਹੇ ਹੈਗੇ ਆ, ਸੁਣਾ ਰਹੇ ਹੈਗੇ ਆ, ਤੁਹਾਨੂੰ ਘੱਟੋ ਘੱਟ ਇਹੋ ਜਿਹੀਆਂ ਟਿੱਪਣੀਆਂ ਜਿਹੜੀਆਂ ਵੇ ਤੁਸੀਂ ਆਪਣੇ ਲੇਖ 'ਚ ਕਰੋ, ਜਿੱਥੇ ਮਰਜ਼ੀ ਕਰੋ, ਪਰ ਕਿਸੇ ਕਾਂਗਰਸ ਸਪੋਕਸਪਰਸਨ ਦੇ ਸਾਹਮਣੇ ਇਹ ਅਨਪਾਰਲੀਮੈਂਟਰੀ ਜਿਹੜੀ ਹੈ ਟਿੱਪਣੀ ਨਾ ਕਰੋ ਜੀ। ਕੁਲਬੀਰ ਜੀ ਸਮਾਂ ਬਹੁਤ ਘੱਟ ਹੈ, ਮੈਂ ਪੰਕਜ ਤੋਂ ਵੀ ਇੱਕ ਰਿਐਕਸ਼ਨ ਜ਼ਰੂਰ ਲੈਣਾ ਹੈ ਅਗਲੀਆਂ ਮੀਟਿੰਗਸ ਵਾਸਤੇ। ਕੁਲਬੀਰ ਜੀ ਹਾਂਜੀ, ਸਿੱਧੂ ਸਾਹਿਬ ਨੇ 4.5 ਸਾਲ ਕਿਉਂ ਨਹੀਂ ਇਹ ਕੰਮ ਕੀਤਾ, ਕਿਉਂ ਨਹੀਂ ਇਹ ਮੁੱਦੇ ਉਠਾਏ? ਤੇ ਸਿੱਧੂ ਸਾਹਿਬ ਨੇ ਜੇ ਕੰਮ ਕਰਨਾ ਗਰਾਊਂਡ ਲੈਵਲ ਤੇ ਕੰਮ ਕਰਦੇ, ਤਾਂ ਉਹਨਾਂ ਨੇ ਹੁਣ ਇਲੈਕਸ਼ਨ ਦੇ ਨੇੜੇ ਆ ਕੇ ਕਿਉਂ ਇਹ ਮੁੱਦਾ ਉਠਾਇਆ? ਕਿਉਂਕਿ ਇਹ ਮੁੱਦਾ ਸੂਟ ਕਰਦਾ ਪਾਰਟੀ ਨੂੰ। ਇਹ ਮੁੱਦਾ ਹੈਗਾ ਜਿਹੜਾ ਬੇਅਦਬੀ ਦਾ ਮੁੱਦਾ, ਇਹਦੇ 'ਚ ਕਿਸੇ ਨੂੰ ਕੋਈ ਪੈਸੇ ਦੀ ਕਮਾਈ ਨਹੀਂ। ਦੇਖੋ ਜੀ, ਮੈਂ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਕਹਾਂ, ਨਹੀਂ ਮੈਂ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਸਵਾਲ ਕਰਾਂ। ਤੁਸੀਂ ਇਹ ਵੀ ਕਹਿ ਗਏ ਕਿ ਕਾਂਗਰਸ ਦੀ ਫਿਲਮ ਦੇ ਵਿੱਚ ਦਮ ਨਹੀਂ ਹੈ, ਕਿ ਡਾਇਰੈਕਟਰ ਤੋਂ ਲੈ ਕੇ ਹੀਰੋ ਹੀਰੋਇਨ ਠੀਕ ਨਹੀਂ ਹੈਗੇ, ਪਰ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਇਸ ਫਿਲਮ ਨੂੰ ਹਿੱਟ ਕਰ ਸਕਦੀ ਹੈ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ 2022 ਦੇ ਵਿੱਚ ਕਾਂਗਰਸ ਦੀ ਫਿਲਮ ਨੂੰ ਹਿੱਟ ਕਰਨ ਦਾ ਇੱਕ ਤਰੀਕਾ ਹੈ ਨਵਜੋਤ ਸਿੰਘ ਸਿੱਧੂ ਜੀ ਵੀ ਕਹਿ ਕੇ ਹਾਂਜੀ ਹਾਂ ਬਿਲਕੁਲ ਜੀ। ਨਵਜੋਤ ਸਿੰਘ ਸਿੱਧੂ ਨੇ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਵਧੀਆ ਰੋਲ ਨਿਭਾਇਆ ਸੀਗਾ। ਉਹਨਾਂ ਨੂੰ ਲਾਸਟ ਆਵਰ ਤੇ ਆ ਕੇ ਇਸ ਕਰਕੇ ਲੈ ਕੇ ਆਏ ਕਿਉਂਕਿ ਉਹਨਾਂ ਨੂੰ ਉੱਪਰੋਂ ਜਿਹੜੇ ਇਹਨਾਂ ਦੇ ਰਣਨੀਤੀ ਘਾੜੇ ਹੈਗੇ ਕਾਂਗਰਸ ਦੇ, ਉਹਨਾਂ ਨੇ ਦੱਸਿਆ ਸੀ ਵੀ ਸਿੱਧੂ ਸਾਹਿਬ ਜੇ ਪਾਰਟੀ 'ਚ ਇਹਨਾਂ ਨੂੰ ਲੈ ਲਓਗੇ ਤਾਂ ਸਿੱਧਾ ਹੀ 10 ਸੀਟਾਂ ਦਾ ਇਜ਼ਾਫਾ ਹੋ ਜਾਊਗਾ।
ਕੇਂਦਰੀ ਹਾਈ ਕਮਾਂਡ ਨੂੰ ਸਮਝਾਇਆ ਗਿਆ ਸੀਗਾ ਰਣਨੀਤੀ ਘਾੜਿਆਂ ਵੱਲੋਂ ਵੀ ਸਿੱਧੂ ਸਾਹਿਬ ਦਾ ਚਿਹਰਾ ਆਉਣ ਨਾਲ ਸਿੱਧੀਆਂ 10 ਹੀ ਟੱਪ ਹੋ ਜਾਣਗੀਆਂ, ਤੇ ਉਹ ਹੋਇਆ ਵੀ। ਉਹਨਾਂ ਨੇ ਜਿੱਥੇ ਪ੍ਰਚਾਰ ਕੀਤਾ, ਪ੍ਰਚਾਰ ਨੇ ਰੰਗ ਦਿਖਾਇਆ, ਪਰ ਉਦੋਂ ਬਾਅਦ 4.5 ਸਾਲ ਸਿੱਧੂ ਸਾਹਿਬ ਚੁੱਪ ਰਹੇ। ਪੰਜਾਬ ਦੇ ਬਾਰੇ, ਪੰਜਾਬ ਦੇ ਦਰਦ ਬਾਰੇ, ਪੰਜਾਬ ਦੇ ਲੋਕਾਂ ਬਾਰੇ, ਪੰਜਾਬ ਦੇ ਕੰਮਾਂ ਬਾਰੇ, ਆਪਣੇ ਅੰਮ੍ਰਿਤਸਰ ਹਲਕੇ ਬਾਰੇ। ਹਾਂਜੀ, ਤੇ ਉਹਨਾਂ ਦਾ ਚਿਹਰਾ ਬਾਗੀ ਤੇਵਰ ਜੋ ਦਿਖਾ ਰਹੇ ਨੇ ਇਸ ਸਮੇਂ ਕੈਬਨਿਟ ਮੰਤਰੀ, ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਕੁਲਬੀਰ ਜੀ, ਮੈਂ ਤੁਹਾਡੇ ਕੋਲ ਆਉਣਾ, ਸਮਾਂ ਆਪਣੇ ਕੋਲ ਪੂਰਾ ਚਰਨਜੀਤ ਚੰਨੀ ਕੀ ਕੁਝ ਬੋਲੇ ਨੇ ਉਹ ਆਪਣੇ ਦਰਸ਼ਕਾਂ ਨੂੰ ਸੁਣਵਾ ਦਿੰਦੇ ਆ ਦਿੱਲੀ ਦੇ ਵਿੱਚ ਹਾਈ ਕਮਾਂਡ ਦੇ ਨਾਲ ਮੀਟਿੰਗ ਤੋਂ ਬਾਅਦ। एक शेर है कि तू इधर उधर की बात मत कर, बता के काफिला लुटा क्यों, मुझे राहजनों से गरज नहीं, तेरी रहनुमाई का सवाल है। एक शेर है कि तू इधर उधर की बात मत कर, बता के काफिला लुटा क्यों, मुझे राहजनों से गरज नहीं, तेरी रहनुमाई का सवाल है। एक ਰਮਨ ਜੀ, ਇਹ ਤਾਂ ਨਾਰਾਜ਼ਗੀ ਸ਼ੇਰੋ ਸ਼ਾਇਰੀ ਦੇ ਜ਼ਰੀਏ ਵੀ ਚੰਨੀ ਜਿਤਾ ਗਏ ਨੇ। ਮੁਲਾਕਾਤ ਤੋਂ ਬਾਅਦ ਦਾ ਇਹ ਪੂਰਾ ਵਾਕਿਆ ਸੀ, ਇਹ ਇੱਕ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਹੈ ਕਿ ਆਲ ਇਜ਼ ਵੈਲ ਤਾਂ ਨਹੀਂ ਹੈ। ਹੁਣ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਲੈਂਦੇ ਹੋ ਨਹੀਂ ਪਤਾ। ਇੱਕ ਛੋਟਾ ਜਿਹਾ ਰਿਐਕਸ਼ਨ ਸਰ, ਸਮਾਂ ਬਹੁਤ ਘੱਟ ਹੈ। ਮੇਰਾ ਆਪਣਾ ਹੀ ਮੰਨਣਾ ਮੈਂ ਫਿਰ ਤੁਹਾਨੂੰ ਕਹਿ ਰਿਹਾ ਮੈਂ ਜੀ ਕਿ ਸਾਰੇ ਆਪਣਾ ਪੱਖ ਜਿਹੜਾ ਹੈਗਾ, ਚਾਹੇ ਐਕਸਟ੍ਰੀਮ ਨਾਰਾਜ਼ਗੀ ਦਾ ਜਾਂ ਐਕਸਟ੍ਰੀਮ ਤੁਹਾਡੀ ਉਹਨਾਂ ਦੀ ਰਜਾਮੰਦੀ ਦਾ ਹੈ, ਉਹ ਆਪਣੇ ਲੀਡਰਸ਼ਿਪ ਦੇ ਸਾਹਮਣੇ ਰੱਖ ਰਹੇ ਨੇ। ਤੇ ਅਸੀਂ ਹੁਣ ਉਹ ਲੀਡਰਸ਼ਿਪ ਦੀ ਜਿਹੜੇ ਹੈਗੇ ਆ ਉਹਨਾਂ ਦਾ ਵਰਡਿਕਟ ਨੂੰ ਅਸੀਂ ਅਵੇਟ ਕਰਾਂਗੇ, ਨਾ ਕਿ ਹੁਣ ਹਰ ਰਿਐਕਸ਼ਨ ਤੇ ਜਿਹੜਾ ਵਾ ਅਸੀਂ ਕਾਊਂਟਰ ਰਿਐਕਸ਼ਨ ਦੇਵਾਂਗੇ। ਸਾਡਾ ਤਾਂ ਹੁਣ ਜਦੋਂ ਗੱਲ ਜਿਹੜੀ ਹੈਗੀ ਹੈ ਉਹ ਇਸ ਮਕਾਮ ਤੇ ਪਹੁੰਚ ਗਈ ਹੈ ਕਿ ਉਹ ਜਿਹੜਾ ਪਲੇਟਫਾਰਮ ਹੈਗਾ ਵਾ ਉਹ ਸਾਰਿਆਂ ਨਾਲੋਂ ਹਾਈਐਸਟ ਪਲੇਟਫਾਰਮ ਹੈ। ਔਰ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਇੱਕ ਜਿਹੜਾ ਸਾਡਾ ਕੌਨਫਲਿਕਟ ਰੈਜ਼ੋਲੂਸ਼ਨ ਮਾਡਲ ਹੈਗਾ ਵਾ, ਉਹ ਅਲਟੀਮੇਟਲੀ ਹੈਗਾ ਵਾ ਵੀ ਅਸੀਂ ਇਸ਼ੂਜ਼ ਜਿਹੜੇ ਆ ਹਾਈ ਕਮਾਂਡ ਦੇ ਕੋਲੇ ਲੈ ਜਾਂਦੇ ਹੈਗੇ ਆ, ਤੇ ਉਹ ਹਾਈ ਕਮਾਂਡ ਕਿਸ ਲੈਵਲ ਦੀ ਹੈ, ਚਾਹੇ ਉਹ ਸਟੇਟ ਦੇ ਲੈਵਲ ਦੀ ਹੈ, ਚਾਹੇ ਸੈਂਟਰ ਦੇ ਲੈਵਲ ਦੀ ਹੈ, ਕਿਉਂਕਿ ਇਹ ਸਟੇਟ ਦਾ ਇਸ਼ੂ ਹੈ, ਹੁਣ ਸੈਂਟਰ ਦੇ ਲੈਵਲ ਤੇ ਹੈ। ਜੋ ਫਾਈਨਲ ਕਰਨਗੇ ਸਾਨੂੰ ਮਨਜ਼ੂਰ ਹੈ ਜੀ। ਠੀਕ ਹੈ ਪੰਕਜ, ਅਗਲੇ 2-3 ਦਿਨ ਮੀਟਿੰਗਸ ਹੀ ਚੱਲਣੀ ਹੈ। ਇੱਕ ਛੋਟਾ ਜਿਹਾ ਰਿਐਕਸ਼ਨ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਅਲੱਗ-ਅਲੱਗ ਕਿਉਂ? ਇੱਕ ਦਿਨ ਸੁਨੀਲ ਜਾਖੜ, ਫਿਰ ਇੱਕ ਦਿਨ ਨਵਜੋਤ ਸਿੰਘ ਸਿੱਧੂ, ਫਿਰ ਇੱਕ ਦਿਨ ਪ੍ਰਤਾਪ ਬਾਜਵਾ, ਫਿਰ ਇੱਕ ਦਿਨ ਕੈਪਟਨ ਅਮਰਿੰਦਰ ਸਿੰਘ, ਇਹ ਸਾਰਿਆਂ ਨੂੰ ਇਕੱਠੇ ਕਿਉਂ ਨਹੀਂ ਸੱਦ ਲਿਆ ਦਿੱਲੀ, ਜਦੋਂ ਇਹਨਾਂ ਦੇ ਵਿਚਾਲੇ ਤਾਂ ਰੌਲਾ ਹੈ? ਦੇਖੋ, ਇਕੱਠੇ ਸੱਦਿਆ ਜਾਏਗਾ, ਇਹ ਸਿਰਫ ਸ਼ੁਰੂਆਤੀ ਦੌਰ 'ਚ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਕੱਠੇ ਸੱਦ ਲਿਆ ਤਾਂ ਭਾਂਬੜ ਪੈ ਜਾਣਾ ਉੱਥੇ, ਕਿਉਂਕਿ ਇਸ ਵੇਲੇ ਸਾਰੇ ਇੱਕ ਦੂਸਰੇ ਨੂੰ ਅੰਮੋ ਸਾਹਮਣੇ ਦੇਖ ਨਹੀਂ ਸਕਦੇ। ਪਹਿਲਾਂ ਇੱਕ ਪੁਆਇੰਟ ਤੇ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਸ਼ੁੱਕਰਵਾਰ ਤੋਂ ਬਾਅਦ ਜ਼ਰੂਰਤ ਪਈ ਆਪਸ 'ਚ ਗੱਲਬਾਤ ਫਿਰ ਜਿਹੜੀ ਹੈ ਇਕੱਠੇ ਵੀ ਟੇਬਲ ਤੇ ਜਿਹੜਾ ਵਾ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਬਾਜਵਾ ਨੂੰ ਬਿਠਾਇਆ ਜਾਏਗਾ। ਔਰ ਗੁਰ ਜ਼ਿਆਦਾ ਵਿਕਲਪ ਨਹੀਂ ਹੈ ਕਮੇਟੀ ਕੋਲ, ਕਿਉਂਕਿ ਹਰੀਸ਼ ਰਾਵਤ ਨੇ ਕੱਲ ਹੀ ਨਿਊਜ਼ 18 ਨਾਲ ਗੱਲਬਾਤ ਕੀਤੀ ਸੀ। ਉਹਨਾਂ ਨੇ ਕਿਹਾ ਸੀ ਲੀਡਰਸ਼ਿਪ ਨਹੀਂ ਬਦਲੀ ਜਾਣੀ, ਲੀਡਰਸ਼ਿਪ ਉਹੀ ਰਹੇਗੀ। ਤਾਂ ਰਾਜਕੁਮਾਰ ਵੇਰਕਾ ਕਹਿ ਰਹੇ ਨਵੀਂ ਖੁਸ਼ਖਬਰੀ ਆ ਰਹੀ ਹੈ। ਨਵੀਂ ਖੁਸ਼ਖਬਰੀ ਕਿਸ ਤਰੀਕੇ ਦੀ ਆਏਗੀ ਕਿ ਕੀ ਨਾਲ ਐਕਟਿੰਗ ਪ੍ਰੈਜ਼ੀਡੈਂਟ ਲਗਾਏ ਜਾਣਗੇ ਜਾਂ ਡਿਪਟੀ ਸੀਐਮ ਲਗਾਏ ਜਾਣਗੇ, ਜਾਂ ਫਿਰ ਕਿਸ ਤਰੀਕੇ ਨਾਲ ਇਹ ਚੀਜ਼ ਹੋਏਗੀ? ਜ਼ਿਆਦਾ ਵਿਕਲਪ ਨਹੀਂ ਹੈ ਕਮੇਟੀ ਦੇ ਕੋਲ, ਉਹ ਨਾ ਹੀ ਜ਼ਿਆਦਾ ਸਮਾਂ ਹੈ। ਠੀਕ ਹੈ, ਬਿਲਕੁਲ ਇਹ ਜਿਹੜਾ ਅਹਿਮ ਗੱਲ ਹੈ, ਆਪਾਂ ਪੂਰੀ ਚਰਚਾ ਦੇ ਦੌਰਾਨ ਇਸ ਦੇ ਉੱਤੇ ਤਾਂ ਫੋਕਸ ਜ਼ਰੂਰ ਹੈ ਕਿ ਜ਼ਿਆਦਾ ਬਦਲ ਤਾਂ ਬਾਕੀ ਨਹੀਂ ਨੇ ਕਿ ਕਿਸ ਨੂੰ ਬਣਾ ਦਿੱਤਾ ਜਾਵੇ ਜਾਂ ਕਿਹੜਾ ਚਿਹਰਾ ਬਣਾ ਦਿੱਤਾ ਜਾਵੇ। ਖੈਰ, ਬਹੁਤ ਬਹੁਤ ਧੰਨਵਾਦ ਰਮਨ ਜੀ ਤੁਹਾਡਾ ਵੀ, ਤੇ ਕੁਲਬੀਰ ਸਿੱਖੋ ਜੀ ਤੁਹਾਡਾ ਵੀ, ਪੰਕਜ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਚਰਨਜੀਤ ਚੰਨੀ ਦੀ ਸਟੇਟਮੈਂਟ ਵੀ ਬਹੁਤ ਕੁਝ ਕਹਿੰਦੀ ਹੈ, ਪਰ ਵਾਕਈ ਕਿ ਕਾਂਗਰਸ ਦੇ ਅੰਦਰ ਇਸ ਸਮੇਂ ਇਸ ਪੂਰੀ ਖਾਨਾ ਜੰਗੀ ਦੇ ਵਿਚਾਲੇ 2022 ਦੇ ਇਲੈਕਸ਼ਨ ਤੋਂ ਪਹਿਲਾਂ ਹਾਈ ਕਮਾਂਡ ਦੇ ਕੋਲ ਕੋਈ ਅਜਿਹਾ ਤੁਰਬਦਾ ਇੱਕਾ ਹੈ ਜੋ ਲਿਆ ਕੇ ਸੁੱਟ ਦੇਣਗੇ ਉਹ, ਤੇ ਪੂਰੀ ਗੇਮ ਚੇਂਜ ਕਰ ਲੈਣਗੇ। ਚਿਹਰੇ ਨੂੰ ਲੈ ਕੇ ਅਸੀਂ ਗੱਲ ਕਰ ਰਹੇ ਹਾਂ, ਇਲੈਕਸ਼ਨ 'ਚ ਕੀ ਹੋਣਾ ਇੱਕ ਬਾਤ ਦੀ ਗੱਲ ਹੈ ਕਿ ਵਾਕਈ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਤੇ ਜਾ ਕੇ ਇਲੈਕਸ਼ਨ ਲੜ ਲੈਣਗੇ, ਜਾਂ ਪ੍ਰਤਾਪ ਬਾਜਵਾ ਦੇ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਲਗਾਤਾਰ ਇਹ ਗੱਲ ਹੋ ਰਹੀ ਹੈ ਕਿ ਚਿਹਰਾ ਬਦਲਣ ਦੇ ਜ਼ਿਆਦਾ ਬਦਲ ਕਾਂਗਰਸ ਕੋਲ ਮੌਜੂਦ ਨਹੀਂ ਨੇ। ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੀਟਿੰਗਾਂ ਦਾ ਨਿਚੋੜ ਕੇ ਨਿਕਲਦਾ ਤੇ ਕਿਵੇਂ ਪੂਰੇ ਮਸਲੇ ਨੂੰ ਸੁਲਝਾਇਆ ਜਾਂਦਾ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।